ਨੈਕਸਟ ਆ ਗਿਆ ਬੇਟਾ ਰਿਲੀਜ਼ ਆਫ ਡੌਗ। ਕਾਰਲਡਾਊਨ ਜਲਾਉਣ ਤੋਂ ਬਾਅਦ ਜਿਹੜੀ ਉਹ ਅੱਗ ਜੀ ਜਲਾਉਂਦੇ ਆ ਓਲੰਪਿਕਸ ਦੇ ਦੌਰਾਨ, ਕਬੂਤਰ ਸਿੰਬਲ ਆਫ ਪੀਸ ਵਜੋਂ ਹਵਾ ਵਿੱਚ ਛੱਡੇ ਜਾਂਦੇ ਹਨ। ਪਹਿਲੀ ਵਾਰ 1896 ਓਲੰਪਿਕਸ ਵਿੱਚ ਅਤੇ ਫਿਰ 1920 ਓਲੰਪਿਕਸ ਵਿੱਚ ਇਹ ਛੱਡੇ ਗਏ ਸੀ। 1920 ਤੋਂ ਇਹ ਸਮਰ ਓਲੰਪਿਕਸ ਦੇ ਓਪਨਿੰਗ ਸੈਰਾਮਨੀ ਓਫੀਸ਼ੀਅਲ ਪਾਰਟ ਰਿਹਾ ਹੈ, ਮਤਲਬ ਕਿ ਹਰ ਵਾਰੀ ਇਹ ਕਰਦੇ ਸੀਗੇ। ਇਹ ਜਨਰਲੀ ਵਿੰਟਰ ਗੇਮਸ ਦੇ ਦੌਰਾਨ ਰਿਲੀਜ਼ ਨਹੀਂ ਕੀਤੇ ਜਾਂਦੇ, ਮਤਲਬ ਕਿ ਇਹ ਛੱਡੇ ਨਹੀਂ ਜਾਂਦੇ ਵਿੰਟਰ ਓਲੰਪਿਕਸ ਦੇ ਦੌਰਾਨ, ਕਿਉਂਕਿ ਬਰਡਸ ਲਈ ਇਹ ਬਹੁਤ ਠੰਡਾ ਹੁੰਦਾ ਹੈ। ਕਿਉਂਕਿ ਜਿੱਥੇ ਵਿੰਟਰ ਓਲੰਪਿਕਸ ਹੁੰਦੀਆਂ ਨੇ ਬੇਟਾ, ਉੱਥੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ, ਇਸ ਕਰਕੇ ਉੱਥੇ ਕਬੂਤਰਾਂ ਨੂੰ ਨਹੀਂ ਛੱਡਿਆ ਜਾ ਸਕਦਾ। ਪਰ ਵਾਈਟ ਬਲੂਨ ਨੂੰ ਸਿੰਬੋਲਿਕ ਸਬਸਟੀਟਿਊਸ਼ਨ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ ਹੈ। ਫਸਟ ਲਾਈਟਿੰਗ ਦਾ ਕਾਲਡਰਨ ਫਿਰ ਕਬੂਤਰਾਂ ਨੂੰ ਰਿਲੀਜ਼ ਕਰਦੇ ਹਨ। 1988 ਸਿਓਲ ਗੇਮਸ ਵਿੱਚ ਜਦੋਂ ਇਸ ਦੇ ਦੁਆਲੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਸਾਰੇ ਕਬੂਤਰ ਕਾਲਡਰਨ ਏਰੀਆ ਵਿੱਚ ਸਨ। ਇਹ ਫਲੇਮ ਦੇ ਬਾਲਣ ਕਾਰਨ ਉਹਨਾਂ ਦੀ ਅਚਾਨਕ ਮੌਤ ਹੋ ਗਈ। ਉਸ ਤੋਂ ਬਾਅਦ ਆਰਗੇਨਾਈਜ਼ਿੰਗ ਕਮੇਟੀ ਨੇ ਇਸ ਇੰਸੀਡੈਂਟ ਨੂੰ ਰਿਪੀਟ ਕਰਨਾ ਅਵੋਇਡ ਕੀਤਾ, ਮਤਲਬ ਕਿ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਨਹੀਂ ਕੀਤਾ ਦੁਬਾਰਾ, ਕਿਉਂਕਿ ਇਸ ਦੌਰਾਨ ਬਹੁਤ ਸਾਰੇ ਕਬੂਤਰਾਂ ਨੂੰ ਜਲ ਗਏ ਸਨ, ਇਸ ਕਰਕੇ। ਉਸ ਤੋਂ ਬਾਅਦ ਆ ਗਿਆ ਜੀ ਓਲੰਪਿਕ ਮੋਟੋ। ਓਲੰਪਿਕ ਮੋਟੋ 3 ਲੈਟਿਨ ਵਰਡ ਨਾਲ ਬਣਿਆ ਹੈ। ਇਹ ਸ਼ਬਦ ਹਨ ਸਿਟੀਅਸ, ਐਲਟੀਅਸ ਅਤੇ ਫੋਰਟੀਅਸ, ਜਿਸ ਦਾ ਅਰਥ ਹੈ ਫਾਸਟਰ, ਹਾਇਰ ਅਤੇ ਸਟਰੋਂਗਰ। ਯਾਦ ਰੱਖਿਓ ਜੀ, ਸਿਟੀਅਸ, ਐਲਟੀਅਸ ਅਤੇ ਫੋਰਟੀਅਸ, ਫਾਸਟਰ, ਹਾਇਰ ਅਤੇ ਸਟਰੋਂਗਰ। 3 ਲੈਟਿਨ ਵਰਡ 1894 ਵਿੱਚ ਓਲੰਪਿਕ ਮੋਟੋ ਵਜੋਂ ਬਣ ਗਏ ਜਦੋਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਬਣਾਈ ਗਈ ਸੀ। ਪੈਰਨ ਡੀ ਕੈਬਰਟਿਨ ਨੇ ਮੋਟੋ ਨੂੰ ਪ੍ਰਪੋਜ਼ਡ ਕੀਤਾ, ਜਿਸ ਨੇ ਇਸ ਨੂੰ ਆਪਣੇ ਦੋਸਤ ਹੈਨਰੀ ਡਿਡੌਨ ਤੋਂ ਲਿਆ, ਜੋ ਕਿ ਇੱਕ ਪ੍ਰੀਸਟ ਸੀ ਅਤੇ ਸਟੂਡੈਂਟਸ ਨੂੰ ਸਪੋਰਟਸ ਸਿਖਾਉਂਦਾ ਸੀ। ਇਹ 3 ਵਰਡ ਐਥਲੀਟਸ ਨੂੰ ਆਪਣਾ ਸਭ ਤੋਂ ਵਧੀਆ ਪਰਫਾਰਮੈਂਸ ਕਰਨ ਲਈ ਇਨਕਰੇਜ ਕਰਦੇ ਹਨ। ਉਸ ਤੋਂ ਬਾਅਦ ਬੇਟਾ ਆ ਗਈ ਜੀ ਓਲੰਪਿਕ ਓਥ, ਮਤਲਬ ਕਿ ਓਲੰਪਿਕਸ ਦੇ ਵਿੱਚ ਇੱਕ ਸਹੁੰ ਚੁਕਾਈ ਜਾਂਦੀ ਆ। ਓਲੰਪਿਕਸ ਗੇਮ ਦੀ ਓਪਨਿੰਗ ਦੌਰਾਨ ਸਪੋਰਟਸ ਸਟੇਡੀਅਮ ਵਿੱਚ ਇਕੱਠੇ ਹੋਏ ਐਥਲੀਟਸ ਦੁਆਰਾ ਉਸ ਸੈਰਮਨੀ ਦਾ ਆਯੋਜਨ ਕੀਤਾ ਜਾਂਦਾ ਹੈ। ਰਿਪਰੈਜ਼ੈਂਟੇਟਿਵ ਕਰਨ ਵਾਲੀ ਕੰਟਰੀ ਦੇ ਫਲੈਗ ਵਾਲੇ ਅੱਗੇ ਜਾਂਦੇ ਹਨ। ਰਿਪਰੈਜ਼ੈਂਟੇਟਿਵ ਆਪਣੇ ਤਰਫੋਂ ਓਥ ਲੈਂਦਾ ਹੈ ਅਤੇ ਸਾਰੇ ਐਥਲੀਟ ਆਪਣੀ ਰਾਈਟ ਆਰਮ ਬਾਹਰ ਕੱਢ ਕੇ ਇਸ ਓਥ ਨੂੰ ਦੁਹਰਾਉਂਦੇ ਹਨ। ਇਹਦੇ ਵਿੱਚ ਕੀ ਹੁੰਦਾ ਬੇਟਾ, ਜਿੰਨੇ ਵੀ ਰਿਪਰੈਜ਼ੈਂਟੇਟਿਵ, ਇੱਕ ਸਾਰੀਆਂ ਕੰਟਰੀਆਂ ਦਾ ਇੱਕ ਬੰਦਾ ਅੱਗੇ ਚਲੇ ਜਾਂਦੇ ਆ, ਜਿੱਥੇ ਮਾਰਚ ਪਾਸਟ ਤੋਂ ਬਾਅਦ ਅੱਗੇ ਚਲੇ ਜਾਂਦੇ ਆ ਸਾਰੇ ਆਪਣੇ ਫਲੈਗ ਲੈ ਕੇ। ਜਦੋਂ ਓਥ ਹੁੰਦੀ ਆ ਤਾਂ ਆਪਣੇ ਫਲੈਗ ਨੂੰ ਡਾਊਨ ਕਰਦੇ ਆ ਅਤੇ ਸਾਰੇ ਇਹ ਇੱਕ ਹੱਥ ਬਾਹਰ ਕੱਢ ਕੇ ਸਹੁੰ ਚੱਕਦੇ ਆ। ਇਹ ਹੁੰਦੀ ਆ ਓਲੰਪਿਕ ਓਥ। ਓਲੰਪਿਕ ਓਥ ਦੇ ਵਿੱਚ ਅਸੀਂ ਸਹੁੰ ਚੁੱਕਦੇ ਹਾਂ ਕਿ ਅਸੀਂ ਓਲੰਪਿਕਸ ਗੇਮ ਵਿੱਚ ਹਿੱਸਾ ਲਵਾਂਗੇ, ਜੋ ਉਹਨਾਂ ਦੇ ਰੂਲਸ ਨੂੰ ਫੋਲੋ ਕਰਦੇ ਹੋਏ ਅਤੇ ਇਸ ਨੂੰ ਟਰੂ ਸਪਿਰਿਟ ਨਾਲ ਪਾਰਟੀਸਪੇਟ ਕਰਨ ਦੀ ਇੱਛਾ ਰੱਖਦੇ ਹੋਏ ਲਾਇਲ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕਰਾਂਗੇ। ਉਸ ਤੋਂ ਬਾਅਦ ਬੇਟਾ ਨਿਊ ਓਥ ਇਫੈਕਟਿਵ ਫਰੋਮ ਸਿਡਨੀ ਓਲੰਪਿਕ 2002। ਸਾਰੇ ਕੰਪੀਟੀਟਰ ਦੇ ਨਾਮ 'ਤੇ ਮੈਂ ਦਾਅਵਾ ਕਰਦਾ ਹਾਂ ਕਿ ਅਸੀਂ ਇਹਨਾਂ ਓਲੰਪਿਕਸ ਗੇਮ ਵਿੱਚ ਉਹਨਾਂ ਰੂਲਸ ਦੇ ਰਿਸਪੈਕਟਿੰਗ ਐਂਡ ਅਬੀਡਿੰਗ ਕਰਾਂਗੇ ਜੋ ਉਹਨਾਂ ਦੀ ਟਰੂ ਸਪਿਰਿਟ ਵਿੱਚ ਡੋਪਿੰਗ ਐਂਡ ਡਰੱਗਸ ਦੀ ਵਰਤੋਂ ਕੀਤੇ ਬਿਨਾਂ ਚਲਾਉਂਦੇ ਹਨ। ਟਰੂ ਸਪਿਰਿਟ ਆਫ ਸਪੋਰਟਸਮੈਨਸ਼ਿਪ ਐਂਡ ਗਲੋਰੀ ਆਫ ਸਪੋਰਟਸ ਸਾਡੀ ਟੀਮ ਦੇ ਆਨਰ ਲਈ ਹੈ। ਇਹ ਬੇਟਾ ਸਿਡਨੀ ਓਲੰਪਿਕਸ ਦੇ ਵਿੱਚ ਹੋਈਆਂ ਸੀ 2002 ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਆ ਗਿਆ ਬੇਟਾ ਜੀ ਅਵਾਰਡ। ਜਿੱਥੋਂ ਤੱਕ ਸੰਭਵ ਹੋ ਸਕੇ ਮੈਡਲ ਈਵੈਂਟ ਦੇ ਖਤਮ ਹੋਣ ਤੋਂ ਬਾਅਦ ਦਿੱਤੇ ਜਾਂਦੇ ਹਨ। ਪਹਿਲੇ 3 ਪੋਜੀਸ਼ਨ ਹੋਲਡਰ ਨੂੰ ਵਿਕਟਰੀ ਸਟੈਂਡ 'ਤੇ ਖੜ੍ਹੇ ਹੁੰਦੇ ਹਨ। ਫਸਟ ਪੋਜੀਸ਼ਨ ਵਾਲਾ ਸੈਂਟਰ ਵਿੱਚ ਹਾਈ ਲੈਵਲ 'ਤੇ, ਸੈਕਿੰਡ ਪੋਜੀਸ਼ਨ ਵਾਲਾ ਫਸਟ ਪਲੇਸ ਹੋਲਡਰ ਦੇ ਰਾਈਟ ਹੈਂਡ ਅਤੇ ਥਰਡ ਪੋਜੀਸ਼ਨ ਵਾਲਾ ਹੋਲਡਰ ਫਸਟ ਪੋਜੀਸ਼ਨ ਹੋਲਡਰ ਦੇ ਲੈਫਟ ਹੈਂਡ 'ਤੇ ਸਾਈਡ 'ਤੇ ਖੜ੍ਹਾ ਹੁੰਦਾ ਹੈ। ਵਿਨਰਸ ਆਪਣੇ ਮੈਡਲ ਐਂਡ ਸਰਟੀਫਿਕੇਟ ਜਾਂ ਤਾਂ ਗੈਸਟ ਔਰ IOC ਦੇ ਪ੍ਰੈਜ਼ੀਡੈਂਟ ਤੋਂ ਪ੍ਰਾਪਤ ਕਰਦੇ ਹਨ। ਵਿਨਰ ਦੇ ਨੈਸ਼ਨਲ ਫਲੈਗ ਫਸਟ ਪੋਜੀਸ਼ਨ ਦੇ ਕੇ ਨੈਸ਼ਨਲ ਐਂਥਮ ਵਜਾਏ ਜਾਂਦੇ ਹਨ। ਜਿਹੜੀ ਕੰਟਰੀ ਦਾ ਪਲੇਅਰ ਨੇ ਜਿੱਤਿਆ ਹੁੰਦਾ ਫਸਟ ਪੋਜੀਸ਼ਨ, ਉਹਦਾ ਨੈਸ਼ਨਲ ਐਂਥਮ ਉਦੋਂ ਚਲਾਇਆ ਜਾਂਦਾ ਵਾ।
ਵਿਨਰਸ ਨੂੰ ਸਰਟੀਫਿਕੇਟ ਗੋਲਡ, ਸਿਲਵਰ ਤੇ ਬਰਾਊਨ ਮੈਡਲ ਦਿੱਤੇ ਜਾਂਦੇ ਹਨ। ਸਰਟੀਫਿਕੇਟ ਸਿਰਫ 4th 5th ਐਂਡ 6th ਪਲੇਸ ਵਾਲੇ ਜੇਤੂਆਂ ਨੂੰ ਦਿੱਤੇ ਜਾਂਦੇ ਹਨ। ਹੁਣ ਬੇਟਾ ਜੋ ਫਸਟ ਆਇਆ ਉਹਨੂੰ ਗੋਲਡ ਮਿਲਿਆ, ਜੋ ਸੈਕਿੰਡ ਉਹਨੂੰ ਸਿਲਵਰ, ਥਰਡ ਨੂੰ ਬਰਾਊਨ ਦਿੱਤੇ ਜਾਂਦੇ ਆ ਮੈਡਲ। ਹਾਂਜੀ ਬੇਟਾ ਜੀ, ਆਪਾਂ ਕਰਦੇ ਪਏ ਸੀਗੇ ਓਲੰਪਿਕ ਸਿੰਬਲ। ਓਲੰਪਿਕ ਸਿੰਬਲ ਦੇ ਵਿੱਚ ਬੇਟਾ ਆਪਾਂ ਕਰਦੇ ਪਏ ਸੀਗੇ ਅਵਾਰਡਸ। ਹੁਣ ਪੇਜ ਨੰਬਰ 34 'ਤੇ ਆ ਜਾਓ। 1896 ਦੀਆਂ ਫਸਟ ਓਲੰਪਿਕਸ ਗੇਮ ਤੋਂ ਲੈ ਕੇ ਪਾਰਟੀਕੂਲਰਲੀ ਸਾਈਜ਼ ਐਂਡ ਵੇਟ ਵਿੱਚ ਮੈਡਲ ਦੇ ਡਿਜ਼ਾਈਨ ਕਾਫੀ ਵੱਖੋ ਵੱਖਰੇ ਸਨ। ਹਾਲਾਂਕਿ IOC ਨੇ ਮੈਡਲ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਰੱਖੀਆਂ ਹਨ ਅਤੇ ਮੁਕੰਮਲ ਕੀਤੇ ਡਿਜ਼ਾਈਨ ਬਾਰੇ ਫਾਈਨਲ ਡਿਸੀਜਨ ਲਿਆ ਹੈ। ਹਾਲਾਂਕਿ ਮੈਡਲਸ ਗੇਮ ਹੋਸਟਿੰਗ ਕੰਟਰੀ ਦੀ ਨੈਸ਼ਨਲ ਓਲੰਪਿਕ ਕਮੇਟੀ, ਜਿਹਨੂੰ NOC ਕਹਿੰਦੇ ਆ, ਦੁਆਰਾ ਡਿਵੈਲਪ ਕੀਤੇ ਜਾਂਦੇ ਹਨ। ਇਹਦੇ ਵਿੱਚ ਪਹਿਲਾ ਬੇਟਾ ਹੈਗਾ ਜੀ ਸ਼ੇਪ। ਆਮ ਤੌਰ 'ਤੇ ਸਰਕੂਲਰ ਸ਼ੇਪ ਹੁੰਦੀ ਹੈ ਇਹਦੀ। ਇੱਕ ਚੇਨ ਔਰ ਰਿਬਨ ਡਾਇਮੀਟਰ ਲਈ ਇੱਕ ਅਟੈਚਮੈਂਟ ਦੀ ਫੀਚਰਿੰਗ ਇਹ ਮਿਨੀਮਮ ਆਫ 60 mm 60 mm ਦਾ ਇੱਕ ਸਰਕਲ ਹੁੰਦਾ ਵਾ, ਜਿਹਨੂੰ ਆਪਾਂ ਸ਼ੇਪ ਜਿਹੜੀ ਹੁੰਦੀ ਹੈ। ਥਿਕਨੈਸ ਹੁੰਦੀ ਹੈ ਜੀ 3 mm, ਮਿਨੀਮਮ 3 mm ਹੁੰਦੀ ਹੈ ਇਹਦੀ। ਉਸ ਤੋਂ ਬਾਅਦ ਮਟੀਰੀਅਲ, ਫਸਟ ਪਲੇਸ ਲਈ ਜਿਹੜਾ 골ਡ ਮੈਡਲ ਹੁੰਦਾ ਵਾ, ਇਹ ਘੱਟੋ ਘੱਟ 92.5% ਸਿਲਵਰ ਦਾ ਬਣਿਆ ਹੁੰਦਾ ਹੈ ਅਤੇ 6 ਗ੍ਰਾਮ ਇਹ 'ਤੇ ਗੋਲਡਡ ਪਲੇਟਡ ਹੁੰਦੀ ਹੈ। 92.5 ਸਿਲਵਰ ਦਾ ਬਣਿਆ ਹੁੰਦਾ ਵਾ, ਬਾਕੀ 6 ਜਿਹੜੀ ਗ੍ਰਾਮ ਆ ਉਹ ਗੋਲਡਨ ਪਲੇਟਡ ਹੁੰਦੀ ਆ। ਸੈਕਿੰਡ ਪਲੇਸ ਲਈ ਜਿਹੜਾ ਆਪਾਂ ਕਹਿੰਦੇ ਨੇ ਸਿਲਵਰ ਹੁੰਦਾ ਵਾ, ਉਹ 92.5 ਸਿਲਵਰ ਹੁੰਦਾ ਉਹ 'ਚ। ਥਰਡ ਪਲੇਸ ਲਈ ਬਰਾਊਨਜ਼ ਮੈਡਲ ਜਿਹੜਾ ਹੁੰਦਾ, ਇਹਦੇ ਵਿੱਚ 0.5 ਟਿਨ ਹੁੰਦਾ ਵਾ ਐਂਡ 2.5% ਜ਼ਿੰਕ ਹੁੰਦਾ ਵਾ ਅਤੇ 97% ਇਹਦੇ ਵਿੱਚ ਕਾਪਰ ਹੁੰਦਾ ਵਾ। ਉਸ ਤੋਂ ਬਾਅਦ ਈਵੈਂਟ ਡਿਟੇਲ, ਇਸ ਸਪੋਰਟ ਲਈ ਮੈਡਲ ਦਿੱਤਾ ਜਾਂਦਾ ਹੈ ਉਸ ਨੂੰ ਮੈਡਲ 'ਤੇ ਲਿਖਿਆ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਬੇਟਾ ਜੀ ਇਹਦੇ ਵਿੱਚ ਓਲੰਪਿਕ ਵੈਨਿਊ ਆ ਗਏ, ਈਅਰ। ਹੁਣ ਵੇਖੋ ਜੀ, ਸਭ ਤੋਂ ਪਹਿਲੀ ਓਲੰਪਿਕਸ ਯਾਦ ਰੱਖਿਓ ਜੀ 1896 ਦੇ ਵਿੱਚ ਹੋਈ ਸੀ, ਏਥਨਸ ਦੇ ਵਿੱਚ। ਇਹ ਕੀ ਪੁੱਛਿਆ ਜਾ ਸਕਦਾ, ਜਾਂ ਇਸ ਤੋਂ ਬਾਅਦ ਇਹ ਪੁੱਛਿਆ ਜਾ ਸਕਦਾ ਜਿਹੜੀ ਲੇਟੈਸਟ ਹੋਣੀ ਸੀਗੀ ਉਹ 2020 ਦੇ ਵਿੱਚ ਹੋਣੀ ਸੀਗੀ। ਉਹ ਹੋਣੀ ਸੀਗੀ ਜੀ ਟੋਕੀਓ, ਜਾਪਾਨ ਦੇ ਵਿੱਚ। ਅਤੇ ਜਿਹੜੀ ਪਿਛਲੀ ਹੋਈ ਆ 2016 ਦੇ ਵਿੱਚ, ਉਹ ਰੀਓ ਓਲੰਪਿਕ ਸੀਗੀਆਂ। ਰੀਓ ਇੱਕ ਸ਼ਹਿਰ ਆ ਬ੍ਰਾਜ਼ੀਲ ਦਾ। ਉਸ ਤੋਂ ਬਾਅਦ ਬੇਟਾ ਨੈਕਸਟ ਆ ਗਿਆ ਜੀ ਓਲੰਪਿਕ ਆਈਡੀਅਲ ਐਂਡ ਓਬਜੈਕਟਿਵ। ਬਿਸ਼ਪ ਪੈਂਸਿਲਵੇਨੀਆ ਦੇ ਫੇਮਸ ਉਪਦੇਸ਼ ਲਈ ਓਲੰਪਿਕ ਗੇਮਸ ਨੂੰ ਯਾਦ ਕੀਤਾ ਜਾਂਦਾ ਹੈ। ਓਲੰਪਿਕਸ ਗੇਮ ਵਿੱਚ ਇੰਪੋਰਟੈਂਟ ਥਿੰਗਸ ਜਿੱਤਣਾ ਨਹੀਂ, ਸਗੋਂ ਟਰੂ ਸਪੋਰਟਸਮੈਨ ਸਪਿਰਿਟ ਨਾਲ ਪਾਰਟੀਸਪੇਟ ਕਰਨਾ ਹੁੰਦਾ ਹੈ। ਮੇਨ ਆਈਡੀਆ ਇਹ ਹੈ ਕਿ ਤੁਸੀਂ ਕਿਵੇਂ ਖੇਡਦੇ ਹੋ, ਤੁਸੀਂ ਜਿੱਤੇ ਜਾਂ ਹਾਰੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਚੰਗੀ ਖੇਡ ਖੇਡੇ ਹੋ, ਜੋ ਸਪੋਰਟਸ ਦਾ ਮੇਨ ਆਈਡੀਆ ਹੈ। ਵੱਖੋ ਵੱਖਰੇ ਨੇਸ਼ਨ ਨੂੰ ਇੱਕ ਵੱਡੇ ਲੈਵਲ 'ਤੇ ਲਿਆਉਣਾ ਅਤੇ ਉਹਨਾਂ ਦੇ ਨੇਸ਼ਨ ਦੀ ਔਨਰ ਐਂਡ ਗਲੋਰੀ ਲਈ ਮਿਲ ਕੇ ਮੁਕਾਬਲਾ ਕਰਨਾ, ਇਹ ਹੁੰਦਾ ਜੀ ਓਲੰਪਿਕਸ ਗੇਮ ਦਾ ਆਈਡੀਅਲ। ਨੈਕਸਟ ਬੇਟਾ ਜੀ ਓਬਜੈਕਟਿਵ ਆ ਗਏ ਇਹਦੇ। ਓਬਜੈਕਟਿਵ ਵਿੱਚ ਓਲੰਪਿਕਸ ਗੇਮ ਦੇ ਓਬਜੈਕਟਿਵ ਗਲੋਬਲ ਯੂਨਿਟੀ ਹੈ। ਇਸ ਦੇ ਓਬਜੈਕਟਿਵ ਹਨ, ਪਹਿਲਾ ਵਰਲਡ ਦੇ ਲੋਕਾਂ ਵਿੱਚ ਫਿਜ਼ੀਕਲ ਐਂਡ ਮੋਰਲ ਐਜੂਕੇਸ਼ਨ ਐਂਡ ਵੈਲਫੇਅਰ ਨੂੰ ਪ੍ਰਮੋਟ ਕਰਨਾ ਹੈ। ਸੈਕਿੰਡ, ਬਿਨਾਂ ਕਿਸੇ ਪੋਲੀਟੀਕਲ ਔਰ ਕਮਿਊਨਲ ਵਿਚਾਰ ਵਟਾਂਦਰੇ ਦੇ ਫਿਜ਼ੀਕਲ ਐਕਟੀਵਿਟੀ ਐਂਡ ਰੀਕ੍ਰੀਏਸ਼ਨ ਦੁਆਰਾ ਕਮਿਊਨਿਟੀਜ਼ ਦੀ ਫਿਜ਼ੀਕਲ ਐਂਡ ਮੈਂਟਲ ਹੈਲਥ ਨੂੰ ਇੰਪਰੂਵ ਕਰਨਾ ਹੈ। ਥਰਡ, ਸਾਰੀਆਂ ਨੈਸ਼ਨਲ ਐਂਡ ਇੰਟਰਨੈਸ਼ਨਲ ਵੋਲੰਟਰੀ ਐਂਡ ਅਦਰ ਆਰਗੇਨਾਈਜੇਸ਼ਨਸ ਐਂਡ ਫਿਜ਼ੀਕਲ ਐਜੂਕੇਸ਼ਨ, ਫਿਟਨੈਸ ਐਂਡ ਰੀਕ੍ਰੀਏਸ਼ਨ ਨਾਲ ਸੰਬੰਧਿਤ ਅਦਰ ਰਿਸਪੋਂਸੀਬਲ ਬਾਡੀਜ਼ ਦੇ ਨਾਲ ਕੋਆਪਰੇਟ ਕਰਨਾ ਹੈ। ਫੋਰਥ, ਫਿਜ਼ੀਕਲ ਐਕਟੀਵਿਟੀਜ਼ ਜਿਹੜੀ ਗੇਮਸ ਐਂਡ ਸਪੋਰਟਸ ਦੇ ਵਿੱਚ ਇੰਟਰਸਟ ਪੈਦਾ ਕਰਨ ਲਈ। ਫਿਫਥ ਹੈਗਾ ਜੀ ਵੱਖ ਵੱਖ ਨੇਸ਼ਨ ਵਿੱਚ ਬਿਹਤਰ ਅੰਡਰਸਟੈਂਡਿੰਗ ਐਂਡ ਗੁੱਡਵਿਲ ਨੂੰ ਪ੍ਰਮੋਟ ਕਰਨ ਲਈ। ਨੰਬਰ 6, ਪਰਸਨੈਲਿਟੀ, ਕਰੈਕਟਰ, ਬੈਟਰ ਸਿਟੀਜ਼ਨਸ਼ਿਪ ਕੁਆਲਿਟੀਜ਼ ਐਂਡ ਫਿਟ ਹੈਲਦੀ ਲਾਈਫ ਸਟਾਈਲ ਨੂੰ ਡਿਵੈਲਪ ਕਰਨਾ ਹੈ। ਨੰਬਰ 7,
ਕਾਸਟ, ਰੇਸ ਐਂਡ ਰਿਲੀਜਨ ਦੇ ਆਧਾਰ 'ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਅਤੇ ਆਲ ਕੰਪੀਟੀਟਰਸ ਨੂੰ ਨੌਨ ਪ੍ਰੋਫੈਸ਼ਨਲ ਨਹੀਂ ਹੋਣਾ ਚਾਹੀਦਾ। ਹੁਣ ਬੇਟਾ ਜੀ ਇਹ 'ਚ ਆ ਗਿਆ ਵੈਲਿਊਜ਼ ਥਰੂ ਓਲੰਪਿਕ ਮੂਵਮੈਂਟ। ਪਹਿਲਾ ਪੁਆਇੰਟ ਹੈਗਾ ਜੀ ਫਰੈਂਡਸ਼ਿਪ। ਇਹ ਸੱਚ ਹੈ ਕਿ ਗੇਮ ਐਂਡ ਸਪੋਰਟਸ ਦੁਆਰਾ ਸੋਸ਼ਲ ਕੁਆਲਿਟੀਜ਼ ਜਿਵੇਂ ਫਰੈਂਡਸ਼ਿਪ ਡਿਵੈਲਪ ਕੀਤੀ ਜਾਂਦੀ ਹੈ ਅਤੇ ਓਲੰਪਿਕ ਮੂਵਮੈਂਟ ਅਜਿਹੀ ਕੁਆਲਿਟੀਜ਼ ਨੂੰ ਡਿਵੈਲਪ ਕਰਨ ਲਈ ਗ੍ਰੇਟ ਰੋਲ ਪਲੇ ਕਰਦੀ ਹੈ। ਐਥਲੀਟ ਐਂਡ ਪਲੇਅਰ ਪਾਰਟਿਸਿਪੇਟ ਕਰਨ ਲਈ ਆਉਂਦੇ ਹਨ। ਇਹ ਗੇਮ ਵੱਖ-ਵੱਖ ਕੰਟਰੀਜ਼ ਦੀਆਂ ਹੁੰਦੀਆਂ ਹਨ। ਉਹ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਹਨ ਅਤੇ ਫਰੈਂਡ ਬਣਾਉਂਦੇ ਹਨ। ਉਹ ਇੱਕ ਦੂਜੇ ਦੇ ਕਸਟਮਸ ਐਂਡ ਟਰਡੀਸ਼ਨ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕੁਝ ਸਮੇਂ 'ਚ ਇਹਨਾਂ ਦੀ ਫਰੈਂਡਸ਼ਿਪ ਵਿੱਚ ਵਾਧਾ ਹੁੰਦਾ ਹੈ। ਓਲੰਪਿਕ ਗੇਮਸ ਐਂਡ ਮੂਵਮੈਂਟ ਫਰੈਂਡਲੀ ਰਿਲੇਸ਼ਨਸ਼ਿਪ ਨੂੰ ਡਿਵੈਲਪ ਕਰਨ ਦੇ ਓਪਰਚੁਨਿਟੀਜ਼ ਪ੍ਰੋਵਾਈਡ ਕਰਵਾਉਂਦੀ ਹੈ। ਸੈਕਿੰਡ ਹੈਗਾ ਜੀ ਸੋਲੀਡਰੀ ਹੁੰਦਾ ਵੀ ਤਾਂ ਏਕਤਾ, ਇੱਕ ਦੂਜੇ 'ਚ ਆਪਸ 'ਚ ਏਕਤਾ, ਪਿਆਰ, ਮੁਹੱਬਤ ਵਧਣਾ। ਓਲੰਪਿਕਸ ਗੇਮ ਵਿੱਚ ਬ੍ਰਦਰਹੁੱਡ ਜਾਂ ਹੋਰ ਭਾਵਨਾਵਾਂ ਮਿਲਦੀਆਂ ਹਨ, ਭਾਵੇਂ ਉਹ ਵੱਖ-ਵੱਖ ਕੰਟਰੀਆਂ ਤੋਂ, ਕਲਰਸ ਤੋਂ, ਰਿਲੀਜਨ ਤੋਂ ਐਂਡ ਨੈਸ਼ਨੈਲਿਟੀ ਦੇ ਡਿਫਰੈਂਸ ਨਾਲ ਆਉਂਦੀਆਂ ਹਨ। ਲੋਕ ਇੱਕ ਦੂਜੇ ਨਾਲ ਕੋਆਪਰੇਟ ਕਰਦੇ ਹਨ ਅਤੇ ਗੇਮਸ ਵਿੱਚ ਪਾਰਟਿਸਿਪੇਟ ਕਰਦੇ ਹਨ ਅਤੇ ਆਪਣੇ ਆਈਡੀਅਲ ਆਫ ਓਲੰਪਿਕਸ ਨੂੰ ਵਰਲਡ 'ਚ ਫੈਲਾਉਂਦੇ ਹਨ। ਉਹ ਗੇਮਸ ਵਿੱਚ ਪਾਰਟਿਸਿਪੇਟ ਕਰਦੇ ਹਨ ਅਤੇ ਡਿਫਰੈਂਸ ਨੂੰ ਭੁਲਾ ਦਿੰਦੇ ਹਨ। ਉਹ ਰੀਅਲ ਓਲੰਪਿਕ ਮੋਟੋ ਸੋਲੀਡੈਰਿਟੀ ਐਂਡ ਯੂਨਿਟੀ ਨੂੰ ਫੈਲਾਉਂਦੇ ਹਨ। ਨੈਕਸਟ ਬੇਟਾ ਹੈਗਾ ਜੀ ਫੇਅਰ ਪਲੇ ਓਲੰਪਿਕਸ ਗੇਮਸ ਦੇ ਆਬਜੈਕਟਿਵ ਵਿੱਚੋਂ ਇੱਕ ਹੈ ਕਿ ਕਿਸੇ ਪਲੇਅਰ ਔਰ ਟੀਮ ਪ੍ਰਤੀ ਕਿਸੇ ਕਿਸਮ ਦੀ ਫੇਵਰ ਨਹੀਂ ਹੋਣੀ ਚਾਹੀਦੀ। ਪਲੇਅਰਸ ਐਂਡ ਐਥਲੀਟਸ ਦੇ ਵਿਚਾਲੇ ਫੇਅਰ ਪਲੇ ਦੀ ਕੁਆਲਿਟੀ ਨੂੰ ਡਿਵੈਲਪ ਕਰਨ ਲਈ ਹੈ। ਉਹ ਡਰੱਗਸ ਐਂਡ ਅਨਫੇਅਰ ਦੀ ਵਰਤੋਂ ਬਗੈਰ ਆਪਣੀ ਪਰਫਾਰਮੈਂਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਇੰਨੀ ਦਿਨੀ ਹਰੇਕ ਟੀਮ ਹੁੱਕ ਐਂਡ ਕਰੁੱਕ ਨਾਲ ਜਿੱਤਣਾ ਚਾਹੁੰਦੀ ਹੈ। ਓਲੰਪਿਕਸ ਗੇਮ ਵਿੱਚ ਕੋਈ ਵੀ ਕ੍ਰਿਮੀਨਲ ਬੈਕਗਰਾਊਂਡ ਵਾਲਾ ਐਥਲੀਟ ਪਾਰਟਿਸਿਪੇਟ ਨਹੀਂ ਕਰ ਸਕਦਾ। ਅਗਰ ਕੋਈ ਪਲੇਅਰਸ ਕੁਝ ਅਨਫੇਅਰ ਕਰਦੇ ਪਾਏ ਜਾਂਦੇ ਹਨ ਤਾਂ ਉਹ ਡਿਸਕੁਆਲੀਫਾਈ ਕਰ ਦਿੱਤੇ ਜਾਂਦੇ ਹਨ। ਕੁਝ ਪਲੇਅਰ ਡਰੱਗ ਦੀ ਵਰਤੋਂ ਕਰਦੇ ਹਨ ਆਪਣੀ ਪਰਫਾਰਮੈਂਸ ਨੂੰ ਵਧਾਉਣ ਲਈ। ਪਤਾ ਲੱਗਣ 'ਤੇ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਿਆ ਜਾਂਦਾ ਹੈ।